Hello everyone, I hope you are hale and hearty। ਪਿਆਰੇ ਬੱਚੋ, ਡੈਫੀਨਿਟ ਆਰਟੀਕਲ ਦ ਦੀ ਪਿਛਲੀ ਵੀਡੀਓ ਦੇ ਵਿੱਚ ਮੈਂ ਦ ਨੂੰ ਪ੍ਰੋਨਾਂਸ ਕਰਨ ਦੇ ਦੋ ਅਲੱਗ-ਅਲੱਗ ਤਰੀਕੇ ਯੂਜ਼ ਕੀਤੇ ਸੀ। ਕੀ ਤੁਸੀਂ ਨੋਟ ਕੀਤਾ ਸੀ? ਓਕੇ, I tell you। First word east and the second is earth। ਇਹ ਦੋਨੋਂ ਵਰਡਸ ਦੇ ਅੱਗੇ ਮੈंने ਦੀ ਪ੍ਰੋਨਾਂਸ ਕੀਤਾ ਸੀ, ਦੀ ਈਸਟ ਐਂਡ ਦੀ ਅਰਥ। ਯੈਸ, ਦ ਨੂੰ ਪ੍ਰੋਨਾਂਸ ਕਰਨ ਦੇ ਦੋ ਅਲੱਗ-ਅਲੱਗ ਤਰੀਕੇ ਹਨ। ਵਾਊਲ ਸਾਊਂਡ ਤੋਂ ਪਹਿਲਾਂ ਦੀ ਅਤੇ ਕੌਨਸੋਨੈਂਟ ਸਾਊਂਡ ਤੋਂ ਪਹਿਲਾਂ ਦ ਪ੍ਰੋਨਾਂਸ ਕਰਨਾ ਹੈ। ਦੀ ਦੀਆਂ ਦੋ ਐਗਜ਼ਾਮਪਲਸ ਹਨ, ਦੀ ਐਗ, ਦੀ ਆਈਸਕ੍ਰੀਮ। ਐਂਡ ਦ ਦੀਆਂ ਦੋ ਐਗਜ਼ਾਮਪਲਸ ਹਨ, ਦ ਸਨ ਐਂਡ ਦ ਨੈਕਸਟ ਹਾਊਸ। ਪਿਆਰੇ ਬੱਚਿਓ, ਅੱਜ ਤੁਸੀਂ ਦ ਨੂੰ ਪ੍ਰੋਨਾਂਸ ਕਰਨ ਦੇ ਦੋ ਅਲੱਗ-ਅਲੱਗ ਤਰੀਕੇ ਸਿੱਖੇ ਅਤੇ ਹੁਣ ਤੁਸੀਂ ਸਿੱਖੋਗੇ ਕਿ ਦ ਕਿੱਥੇ-ਕਿੱਥੇ ਯੂਜ਼ ਹੁੰਦੇ। ਫਸਟ, ਮਿਊਜ਼ੀਕਲ ਇੰਸਟਰੂਮੈਂਟਸ ਤੋਂ ਪਹਿਲਾਂ। ਐਗਜ਼ਾਮਪਲ, ਪਿਊਸ਼ ਇਜ਼ ਪਲੇਇੰਗ ਦ ਪਿਆਨੋ। ਇੱਥੇ ਪਿਆਨੋ ਇੱਕ ਮਿਊਜ਼ੀਕਲ ਇੰਸਟਰੂਮੈਂਟ ਹੈ, ਐਸੇ ਲਈ ਹੀ ਆਪਾਂ ਪਿਆਨੋ ਤੋਂ ਪਹਿਲਾਂ ਦ ਯੂਜ਼ ਕੀਤਾ ਹੈ। ਨਾਓ ਲੈਟ ਅਸ ਟਾਕ ਅਬਾਊਟ ਇਟਸ ਸੈਕਿੰਡ ਯੂਜ਼। ਜਦੋਂ ਕੋਈ ਪਰਸਨ ਆਪਣੇ ਆਪ ਦੇ ਵਿੱਚੋਂ ਇਕੱਲਾ ਹੀ ਹੁੰਦਾ ਹੈ ਤਾਂ ਉਸ ਟਾਈਮ 'ਤੇ ਵੀ ਸਪੈਸੀਫਿਕ ਆਰਟੀਕਲ ਦ ਯੂਜ਼ ਕਰਦੇ ਹਾਂ। ਐਗਜ਼ਾਮਪਲ, Who is the president of France? ਪ੍ਰੈਜ਼ੀਡੈਂਟ ਦੀ ਪੋਸਟ ਓਨਲੀ ਵਨ ਹੁੰਦੀ ਹੈ, ਐਸੇ ਲਈ ਹੀ ਆਪਾਂ ਉਰੇ ਪ੍ਰੈਜ਼ੀਡੈਂਟ ਤੋਂ ਪਹਿਲਾਂ ਦ ਯੂਜ਼ ਕੀਤਾ ਹੈ। ਨਾਓ ਲੈਟ ਅਸ ਟਾਕ ਅਬਾਊਟ ਇਟਸ ਥਰਡ ਯੂਜ਼। ਕੁਛ ਆਬਜੈਕਟਿਵਸ ਨੇ ਜਿਹੜੇ ਕਿ ਗਰੁੱਪ ਆਫ ਪੀਪਲ ਦੀ ਗੱਲ ਕਰਦੇ ਨੇ, ਯਾਨੀ ਕਿ ਰਿਚ, ਪੂਅਰ, ਐਲਡਰਲੀ ਜਾਂ ਅਨਇੰਪਲੋਇਡ। ਇਹਨਾਂ ਆਬਜੈਕਟਿਵਸ ਤੋਂ ਪਹਿਲਾਂ ਦ ਲਗਾ ਕੇ ਇਹਨਾਂ ਦਾ ਪਲੂਰਲ ਫਾਰਮ ਬਣਾਇਆ ਜਾਂਦਾ ਹੈ। ਐਗਜ਼ਾਮਪਲ, ਲਾਈਫ ਕੈਨ ਬੀ ਵੈਰੀ ਹਾਰਡ ਫॉर ਦ ਪੂਅਰ। ਪੂਅਰ ਇੱਕ ਆਬਜੈਕਟਿਵ ਹੈ, ਲੇਕਿਨ ਇਹਦੇ ਅੱਗੇ ਦ ਲਗਾ ਕੇ ਯਾਨੀ ਕਿ ਦ ਪੂਅਰ ਲਿਖ ਕੇ ਇਸ ਦਾ ਪਲੂਰਲ ਫਾਰਮ ਯਾਨੀ ਕਿ ਪਲੂਰਲ ਨਾउन ਬਣਾਤਾ। ਨਾਓ ਲੈਟ ਅਸ ਡਿਸਕਸ ਅਬਾਊਟ ਇਟਸ ਫੋਰਥ ਯੂਜ਼। ਮਾਊਂਟੇਨ ਰੇਂਜਿਸ ਤੋਂ ਪਹਿਲਾਂ ਵੀ ਆਪਾਂ ਆਰਟੀਕਲ ਦ ਯੂਜ਼ ਕਰਦੇ ਹਾਂ। ਐਗਜ਼ਾਮਪਲ, ਦ ਹਿਮਾਲਿਆਜ਼। ਇੱਥੇ ਧਿਆਨ ਰੱਖਣਾ ਹੈ ਕਿ ਆਪਾਂ ਮਾਊਂਟੇਨਸ ਤੋਂ ਪਹਿਲਾਂ ਨਹੀਂ, ਮਾਊਂਟੇਨ ਚੇਨਸ, ਮਾਊਂਟੇਨ ਰੇਂਜਿਸ ਤੋਂ ਪਹਿਲਾਂ ਦ ਲਗਾਉਣਾ ਹੈ। ਜਿਵੇਂ ਮਾਊਂਟ ਐਵਰੈਸਟ, ਇਸ ਤੋਂ ਪਹਿਲਾਂ ਦ ਨਹੀਂ ਲਗਾਉਣਾ। ਕਈ ਸਟੂਡੈਂਟਸ ਇੱਥੇ ਹੀ ਗਲਤੀ ਕਰਦੇ ਹੈ ਕਿ ਮਾਊਂਟ ਐਵਰੈਸਟ ਤੋਂ ਪਹਿਲਾਂ ਦ ਲਗਾ ਦਿੰਦੇ ਹੈ, ਜੋ ਕਿ ਗਲਤ ਹੈ। ਨੈਕਸਟ ਰੂਲ ਇਜ਼, ਜਦੋਂ ਕਿਸੇ ਪਰਸਨ ਵੱਲ ਪੁਆਇੰਟ ਐਟ ਕਰਕੇ ਆਪਾਂ ਕੋਈ ਗੱਲ ਕਹਿਣੀ ਹੈ, ਉਸ ਟਾਈਮ 'ਤੇ ਵੀ ਆਰਟੀਕਲ ਦ ਯੂਜ਼ ਹੁੰਦਾ ਹੈ। ਐਗਜ਼ਾਮਪਲ, ਲੁੱਕ ਐਟ ਦ ਬॉय ਓਵਰ ਦੇਅਰ। ਇਸ ਸੈਂਟੈਂਸ ਦੇ ਵਿੱਚ ਦੇਖੋ, ਆਪਾਂ ਕਿਸੇ ਬॉय ਵੱਲ ਇਸ਼ਾਰਾ ਕਰਕੇ, ਪੁਆਇੰਟ ਕਰਕੇ ਦੱਸ ਰਹੇ ਹਾਂ ਕਿ ਉਸ ਲੜਕੇ ਵੱਲ ਦੇਖੋ, ਯਾਨੀ ਕਿ ਸਪੈਸੀਫਿਕ ਪਰਸਨ ਹੋ ਗਿਆ, ਸਪੈਸੀਫਿਕ ਬॉय ਹੋ ਗਿਆ। ਇਸ ਲਈ ਆਪਾਂ ਉਸ ਬॉय ਦੇ ਅੱਗੇ ਦ ਲਗਾਇਆ ਹੈ, ਪੁਆਇੰਟ ਆਊਟ ਕਰਨ ਵਾਸਤੇ, ਕਲੀਅਰ ਕਰਨ ਵਾਸਤੇ ਕਿ ਆਪਾਂ ਕਿਸ ਬॉय ਦੀ ਗੱਲ ਕਰ ਰਹੇ ਹਾਂ। ਸਿਕਸਥ ਰੂਲ, ਜਦੋਂ ਆਪਾਂ ਕਿਸੇ ਪੂਰੀ ਕਲਾਸ ਦੀ, ਹੋਲ ਕਲਾਸ ਦੀ ਯਾਨੀ ਕਿ ਆਲ ਦ ਥਿੰਗਸ ਦੀ ਗੱਲ ਕਰਦੇ ਹਾਂ, ਉਸ ਟਾਈਮ 'ਤੇ ਵੀ ਆਰਟੀਕਲ ਦ ਯੂਜ਼ ਕਰਦੇ ਹਾਂ। ਐਗਜ਼ਾਮਪਲ, ਦ ਵੁਲਫ ਇਜ਼ ਨੋਟ ਰੀਅਲੀ ਅ ਡੇਂਜਰਸ ਐਨੀਮਲ। ਇਸ ਸੈਂਟੈਂਸ ਦੇ ਵਿੱਚ ਦੇਖੋ, ਵੁਲਫ ਤੋਂ ਪਹਿਲਾਂ ਦ ਯੂਜ਼ ਕੀਤਾ ਹੈ, ਜਿਹਦਾ ਮਤਲਬ ਹੈ ਵੁਲਫਸ। ਦ ਵੁਲਫ ਮੀਨਸ ਵੁਲਫਸ, ਮਤਲਬ ਆਪਾਂ ਸਾਰੇ ਵੁਲਫਸ ਦੀ ਗੱਲ ਕਰ ਰਹੇ ਹਾਂ। ਇਸ ਦਾ ਸੈਵਨਥ ਰੂਲ ਹੈ ਕਿ ਕਿਸੇ ਨਾਉਨ ਤੋਂ ਪਹਿਲਾਂ ਦ ਲਗਾ ਕੇ ਉਸ ਦੀ ਸੁਪਰਲੇਟਿਵ ਫੋਰਸ ਬਣਾ ਦਿੰਦੇ ਹਾਂ। ਐਗਜ਼ਾਮਪਲ, ਸ਼ੀ ਇਜ਼ ਦ ਟੀਚਰ। ਇੱਥੇ ਦ ਦਾ ਮਤਲਬ ਹੈ ਦ ਬੈਸਟ, ਕਿ ਉਹ ਸਭ ਤੋਂ ਵਧੀਆ ਟੀਚਰ ਹੈ। ਡੈਫੀਨਿਟ ਆਰਟੀਕਲ ਦ ਦਾ 8th ਰੂਲ ਹੈ ਕਿ ਸੀਜ਼ ਤੇ ਓਸ਼ਨਸ ਦੇ ਨਾਮ ਤੋਂ ਪਹਿਲਾਂ ਵੀ ਆਪਾਂ ਆਰਟੀਕਲ ਦ ਯੂਜ਼ ਕਰਨੇ। ਐਗਜ਼ਾਮਪਲਸ, ਦ ਰੈਡ ਸੀ
and the Indian Ocean. And now let us discuss about its ninth use, which is very common. The ninth rule is newspapers ਦੇ ਨਾਮ ਤੋਂ ਪਹਿਲਾਂ. Example, The Times, The Tribune. Let us talk about its 10th use, ਜੋ ਤੁਹਾਨੂੰ ਪਤਾ ਹੀ ਹੋਏਗਾ ਕਿ ਆਪਾਂ ਵੈਲ ਨੋਨ ਜਾਂ ਹਿਸਟੋਰੀਕਲ ਬਿਲਡਿੰਗਸ ਜਾਂ ਵਰਕਸ ਆਫ ਆਰਟ ਦੇ ਨਾਮ ਤੋਂ ਪਹਿਲਾਂ ਵੀ ਆਰਟੀਕਲ ਦ ਯੂਜ਼ ਕਰਦੇ ਹਾਂ. Example, The Taj Mahal and The Red Fort. Definite article the ਦਾ 11th rule, 11th use ਬਹੁਤ ਹੀ ਇੰਪੋਰਟੈਂਟ ਹੈ ਬਟ ਥੋੜਾ ਜਿਹਾ ਸਮਝਣ ਵਾਲਾ ਹੈ. ਸੋ ਲਿਸਨ ਕੇਅਰਫੁਲੀ. ਜਦੋਂ ਕਿਸੇ ਪਲੇਸ ਜਾਂ ਥਿੰਗ ਦੀ ਉਹਦੇ ਪ੍ਰਾਇਮਰੀ ਯੂਜ਼, ਪ੍ਰਾਇਮਰੀ ਪਰਪਸ ਤੋਂ ਹਟ ਕੇ ਗੱਲ ਕਰਦੇ ਹਾਂ, ਉਸ ਟਾਈਮ 'ਤੇ ਆਰਟੀਕਲ ਦ ਯੂਜ਼ ਕਰਦੇ ਹਾਂ. Example, I am going to the hospital to visit a friend who is ill. ਇਸ ਸੈਂਟੈਂਸ ਦੇ ਵਿੱਚ ਜੋ ਮੇਨ ਵਰਡ ਹੈ ਉਹ ਹੈ ਹਸਪੀਟਲ, ਕਿ ਮੈਂ ਹਸਪੀਟਲ ਜਾ ਰਹੀ ਹਾਂ. ਲੇਕਿਨ ਹਸਪੀਟਲ ਜਾਣ ਦਾ ਪਰਪਸ ਕੀ ਹੈ? ਕਿਸੇ ਨੂੰ ਮਿਲਣਾ, ਨਾ ਕਿ ਐਜ਼ ਅ ਪੇਸ਼ੈਂਟ. ਜਦੋਂ ਮੈਂ ਐਜ਼ ਅ ਪੇਸ਼ੈਂਟ ਹਸਪੀਟਲ ਦੇ ਵਿੱਚ ਜਾਊਂਗੀ ਤਾਂ ਹਸਪੀਟਲ ਦੇ ਤੋਂ ਪਹਿਲਾਂ ਦ ਆਰਟੀਕਲ ਯੂਜ਼ ਨਹੀਂ ਕਰਨਾ, ਕਿਉਂਕਿ ਜੋ ਹਸਪੀਟਲ ਹੈ ਉਹ ਬਣਿਆ ਹੀ ਪੇਸ਼ੈਂਟਸ ਵਾਸਤੇ ਹੈ. ਉਹਦਾ ਪ੍ਰਾਇਮਰੀ ਫੰਕਸ਼ਨ, ਪ੍ਰਾਇਮਰੀ ਪਰਪਸ, ਪ੍ਰਾਇਮਰੀ ਯੂਜ਼ ਪੇਸ਼ੈਂਟਸ ਵਾਸਤੇ, ਡਾਕਟਰਸ ਵਾਸਤੇ, ਨਰਸਿਸ ਵਾਸਤੇ ਹੈ. ਸੋ ਜਦੋਂ ਡਾਕਟਰ, ਪੇਸ਼ੈਂਟ ਜਾਂ ਨਰਸ ਹਸਪੀਟਲ ਜਾਂਦੇ ਹੈ ਤਾਂ ਉਹਨਾਂ ਤੋਂ ਪਹਿਲਾਂ ਆਰਟੀਕਲ ਦ ਯੂਜ਼ ਨਹੀਂ ਕਰਨਾ, ਕਿਉਂਕਿ ਉਹ ਸਰਵਿਸ ਵਾਸਤੇ, ਆਪਣੇ ਕੰਮ ਵਾਸਤੇ ਜਾ ਰਹੇ ਨੇ, ਉਸ ਪਰਪਸ ਵਾਸਤੇ ਜਾ ਰਹੇ ਨੇ. ਇਸ ਰੂਲ ਦੇ ਨਾਲ ਰਿਲੇਟਿਡ ਹੋਰ ਐਗਜ਼ਾਮਪਲਸ ਵੀ ਨੇ. ਸਕੂਲ, ਚਰਚ, ਬੈੱਡ, ਜੇਲ, ਟੈਂਪਲ ਜਾਂ ਟੇਬਲ. ਇਹਨਾਂ ਵਰਡਸ ਨੂੰ ਯੂਜ਼ ਕਰਨ ਤੋਂ ਪਹਿਲਾਂ ਇਹਨਾਂ ਦੇ ਪ੍ਰਾਇਮਰੀ ਯੂਜ਼, ਪ੍ਰਾਇਮਰੀ ਫੰਕਸ਼ਨ, ਪ੍ਰਾਇਮਰੀ ਪਰਪਸ ਨੂੰ ਦੇਖਣਾ ਹੈ. ਅਗਰ ਇਹ ਵਰਡਸ ਆਪਣੇ ਪ੍ਰਾਇਮਰੀ ਪਰਪਸ ਨੂੰ ਸੋਲਵ ਨਹੀਂ ਕਰ ਰਹੇ ਤਾਂ ਫਿਰ ਆਪਾਂ ਆਰਟੀਕਲ ਦ ਯੂਜ਼ ਕਰਾਂਗੇ. ਆਈ ਹੋਪ ਤੁਹਾਨੂੰ ਇਹ 11th ਰੂਲ ਕਲੀਅਰ ਹੋ ਗਿਆ ਹੋਏਗਾ. ਤਾਂ ਚਲੋ ਆਓ ਹੁਣ ਆਪਾਂ ਰੂਲ ਨੰਬਰ 12 ਦੀ ਗੱਲ ਕਰੀਏ. ਨੰਬਰ, ਵੇਟ ਜਾਂ ਮੈਜਰ ਨੂੰ ਇੰਡੀਕੇਟ ਕਰਨ ਵਾਸਤੇ ਵੀ ਆਪਾਂ ਆਰਟੀਕਲ ਦ ਯੂਜ਼ ਕਰਨਾ ਹੈ. Example, cloth is sold by the meter. Oranges are sold by the dozen. ਇਹਨਾਂ ਸੈਂਟੈਂਸਿਸ ਦੇ ਵਿੱਚ ਮੀਟਰ ਤੇ ਡਜ਼ਨ, ਮੈਜਰ ਤੇ ਨੰਬਰ ਨੂੰ ਇੰਡੀਕੇਟ ਕਰ ਰਹੇ ਨੇ. ਇਸ ਲਈ ਹੀ ਆਪਾਂ ਇਹਨਾਂ ਤੋਂ ਪਹਿਲਾਂ ਦ ਯੂਜ਼ ਕੀਤੇ. ਆਰਟੀਕਲ ਦ ਦਾ 13th ਯੂਜ਼ ਹੈ ਕਿਸੇ ਪ੍ਰੋਪਰ ਨਾਉਨ ਤੋਂ ਪਹਿਲਾਂ ਦ ਲਗਾ ਕੇ ਉਸ ਨੂੰ ਕਾਮਨ ਨਾਉਨ ਬਣਾ ਦੇਣਾ. Example, ਕਾਲੀਦਾਸ is called the Shakespeare of India. ਇਸ ਸੈਂਟੈਂਸ ਦੇ ਵਿੱਚ ਆਪਾਂ ਕਾਲੀਦਾਸ ਦੀ ਤੁਲਨਾ ਸ਼ੇਕਸਪੀਅਰ ਨਾਲ ਕਰ ਰਹੇ ਹਾਂ, ਉਸ ਦੀ ਕੁਆਲਿਟੀਜ਼ ਨੂੰ ਸ਼ੋ ਕਰ ਰਹੇ ਹਾਂ. ਸ਼ੇਕਸਪੀਅਰ ਪ੍ਰੋਪਰ ਨਾਉਨ ਹੈ ਜੋ ਕੈਪੀਟਲ ਐਸ ਤੋਂ ਸਟਾਰਟ ਹੋ ਰਿਹਾ ਹੈ, ਬਟ ਇਹਦੇ ਅੱਗੇ ਦ ਲਗਾ ਕੇ ਆਪਾਂ ਇਸ ਨੂੰ ਕਾਮਨ ਨਾਉਨ ਦੇ ਤੌਰ 'ਤੇ ਯੂਜ਼ ਕਰ ਰਹੇ ਹਾਂ. The 14th rule of definite article the is before the names of communities and nations. Examples, the Hindus and the English. Finally, ਆਪਾਂ the ਦੇ 15th rule ਬਾਰੇ ਡਿਸਕਸ਼ਨ ਕਰ ਰਹੇ ਹਾਂ. 15th rule ਇਹ ਹੈ ਕਿ ਨਾउन ਜੋ ਕਿ ਇੱਕ ਪਰਟੀਕੂਲਰ ਥਿੰਗ ਨੂੰ ਰਿਪਰੈਜ਼ੈਂਟ ਕਰ ਰਹੇ ਹੈ ਉਸ ਦੀ ਲੋਕੈਲਿਟੀ ਦੇ ਅਕੋਰਡਿੰਗਲੀ ਉਸ ਟਾਈਮ 'ਤੇ ਆਰਟੀਕਲ ਦ ਯੂਜ਼ ਕਰਨੇ. Example, mother is in the kitchen. ਦੇਖੋ ਕਿਚਨ ਘਰ ਦੇ ਵਿੱਚ ਇੱਕੋ ਹੀ ਹੁੰਦੀ ਹੈ, ਯਾਨੀ ਕਿ ਆਪਾਂ ਆਪਣੇ ਘਰ ਦੀ ਕਿਚਨ ਦੀ ਗੱਲ ਕਰ ਰਹੇ ਹਾਂ, ਇਸ ਲਈ ਹੀ ਕਿਚਨ ਦੇ ਅੱਗੇ ਦ ਯੂਜ਼ ਕੀਤੇ. ਇਸ ਤਰ੍ਹਾਂ ਦੀ ਸੈਕਿੰਡ ਐਗਜ਼ਾਮਪਲ ਹੈ, ਪਲੀਜ਼ ਪਾਸ ਦ ਸਾਲਟ. ਸਾਲਟ ਤੋਂ ਪਹਿਲਾਂ ਦ ਕਿਉਂ ਲਗਾਇਆ ਹੈ? ਕਿਉਂਕਿ ਉਹ ਸਾਲਟ ਜੋ ਟੇਬਲ ਦੇ ਉੱਪਰ ਹੈ. ਆਈ ਹੋਪ ਤੁਹਾਨੂੰ ਇਹ 15 ਦੇ 15 ਰੂਲਸ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ. ਤਾਂ ਚਲੋ ਆਓ ਹੁਣ ਕੁਝ ਪ੍ਰੈਕਟਿਸ ਕਰੀਏ. ਫਰਸਟ, ਡੈਸ਼ ਤਾਜ ਮਹਿਲ ਇਜ਼ ਡੈਸ਼ ਮੋਸਟ ਬਿਊਟੀਫੁਲ ਬਿਲਡਿੰਗ. ਸੈਕਿੰਡ, ਡੈਸ਼ ਬਾਈਬਲ ਇਜ਼ ਡੈਸ਼ sacred book of dash Christians. Third, dash you is standing in dash field.
Fourth, dash principal gave him dash warning. Fifth, Delhi is dash London of India. Sixth, I read dash Tribune daily. Seventh, dash rich should help dash poor. Eighth, he is dash professor. Ninth, in dash park I saw dash one-eyed beggar. And the 10th one is called dash doctor. ਸਾਰੇ ਰੂਲਸ ਨੂੰ ਚੰਗੀ ਤਰ੍ਹਾਂ ਸਮਝ ਕੇ ਇਹ 10 ਸੈਂਟੈਂਸਿਸ ਸੋਲਵ ਕਰੋ ਤੇ ਨੀਚੇ ਕਮੈਂਟ ਕਰੋ। ਇੱਕ 골ਡਨ ਰੂਲ ਹਮੇਸ਼ਾ ਯਾਦ ਰੱਖਣਾ ਹੈ ਕਿ ਆਰਟੀਕਲਸ ਹਰ ਇੱਕ ਜੈਂਡਰ ਵਾਸਤੇ ਸੇਮ ਹੁੰਦੇ ਹੈ, ਯਾਨੀ ਕਿ ਚਾਹੇ ਮੇਲ ਹੋਏ ਚਾਹੇ ਫੀਮੇਲ, ਕਿਸੇ ਵੀ ਜੈਂਡਰ ਤੋਂ ਪਹਿਲਾਂ ਕੋਈ ਵੀ ਆਰਟੀਕਲ ਉਹਦੇ ਯੂਜ਼ ਦੇ ਅਕੋਰਡਿੰਗਲੀ ਲਗਾਇਆ ਜਾ ਸਕਦਾ ਹੈ। ਇੱਕ ਹੋਰ 골ਡਨ ਰੂਲ ਧਿਆਨ ਦੇ ਵਿੱਚ ਰੱਖਣੇ ਕਿ ਆਰਟੀਕਲ ਐਂਡ ਯੂਜ਼ ਕਰਨ ਤੋਂ ਪਹਿਲਾਂ ਵਾਵਲਸ ਦੀ ਇਨੀਸ਼ੀਅਲ ਸਾਊਂਡਸ ਵੱਲ ਫੋਕਸ ਕਰਨੇ, ਪਰ ਆਰਟੀਕਲ ਦ ਪ੍ਰੋਨਾਊਂਸ ਕਰਨ ਤੋਂ ਪਹਿਲਾਂ ਫਸਟ ਲੈਟਰ ਦੇ ਇਨੀਸ਼ੀਅਲ ਸਾਊਂਡ ਵੱਲ ਫੋਕਸ ਕਰਨਾ ਹੈ। ਥੈਂਕਸ ਫॉर ਵਾਚਿੰਗ। ਕਾਈਂਡਲੀ like, share, subscribe and stay connected.